हेलो स्टूडेंट्स, क्लास 12th बिजनेस स्टडी कंज्यूमर प्रोटेक्शन का मीनिंग किया सी, ठीक है, इंपॉर्टेंस की सी 1960s ਦੇ ਵਿੱਚ ਆਪਾਂ ਦੇਖਿਆ ਐਂਡ ਕੀ ਆਪਣੇ ਕੋਲੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੇ ਵਿੱਚ ਜੋ ਮਤਲਬ ਫੋਲੋ ਕਰਨ ਲੱਗ ਗਏ ਸੀ ਆਪਾਂ ਉਹਦੇ ਅੰਡਰ ਇੱਕ ਜੋ ਪ੍ਰੋਸੈਸ ਲੈ ਸਕਦਾ ਸੀਗਾ 1986 ਦੇ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ। ਫਸਟ ਕੀ ਹੈ ਰਾਈਟਸ ਆਫ ਕੰਜ਼ਿਊਮਰ, ਰਾਈਟ ਟੂ ਚੂਜ਼ ਵੀ ਉਹਨੂੰ ਕੰਜ਼ਿਊਮਰ ਕਰਨ ਦਾ ਪੂਰਾ ਰਾਈਟ ਹੋਣਾ ਚਾਹੀਦਾ। ਕਿੱਦਾਂ ਵੀ ਉਹਦੀ ਕੀ ਪਸੰਦ ਹੈ ਕੀ ਨਹੀਂ ਪਸੰਦ, ਕੀ ਲਾਈਕ ਕੀ ਡਿਸਲਾਈਕ, ਠੀਕ ਹੈ, ਉਹਨੇ ਆਪਣੇ ਅਕੋਰਡਿੰਗ ਸਿਲੈਕਟ ਕਰਨੀ ਚੀਜ਼। ਇਹ ਕੰਜ਼ਿਊਮਰ ਨੂੰ ਫਰੀਲੀ ਉਹ ਆਪਣੇ ਅਕੋਰਡਿੰਗ ਜਿੱਦਾਂ ਦੀ ਉਹਦੀ ਰਿਕੁਆਇਰਮੈਂਟ ਹੈਗੀ ਹੈ ਉਹ ਚੂਜ਼ ਕਰੇ। ਕੰਜ਼ਿਊਮਰ ਕੈਨ ਐਕਸਰਸਾਈਜ਼ ਰਾਈਟ ਓਨਲੀ ਇਫ ਅ ਵੈਰਾਈਟੀ ਆਫ ਪ੍ਰੋਡਕਟ ਆਰ ਆਫਰ ਟੂ ਹਿਮ। ਅਗਰ ਉਹਨੂੰ ਜ਼ਿਆਦਾ ਵੈਰਾਈਟੀ ਦੇ ਵਿੱਚ ਪ੍ਰੋਡਕਟ ਦਿਖਾਏ ਜਾਣਗੇ ਫਿਰ ਹੀ ਉਹ ਸਹੀ ਤਰੀਕੇ ਨਾਲ ਪ੍ਰੋਡਕਟ ਨੂੰ ਚੂਜ਼ ਕਰ ਪਾਊਗਾ। ਨੈਕਸਟ, ਇਨ ਅਦਰ ਵਰਡਸ, he should not be compelled to buy a particular product, he should not be compelled to buy a particular product। और भी ਉਹਨੂੰ ਆਪਾਂ ਕੰਪੈਲ ਨਹੀਂ ਕਰ ਸਕਦੇ ਕਿ ਤੂੰ ਇਹੀ ਚੀਜ਼ ਖਰੀਦ, ਉਹਦੀ ਆਪਣੀ ਮਰਜ਼ੀ ਹੈ, ਆਪਣੀ ਉਹਦੀ ਲਾਈਕ ਹੈ ਡਿਸਲਾਈਕ ਹੈ ਜਿਹੜੀ ਉਹ ਚੀਜ਼ ਨੂੰ ਖਰੀਦਣਾ ਚਾਹੁੰਦਾ। ਨੈਕਸਟ ਹੈ ਰਾਈਟ ਟੂ ਸੇਫਟੀ। ਹੁਣ ਕੰਜ਼ਿਊਮਰ ਨੂੰ ਸੇਫਟੀ ਵਾਸਤੇ ਵੀ ਇਹ ਨਹੀਂ ਗਾ ਕਿ ਉਹਦੀ ਸੇਫਟੀ ਰੱਖਣਾ, ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੇਫਟੀ ਮੀਨਸ ਕੀ ਹੈ ਰਾਈਟ ਟੂ ਬੀ ਪ੍ਰੋਟੈਕਟਡ ਅਗੇਂਸਟ ਦੀ ਡੈਮੇਜ ਇਮੈਂਟਿੰਗ ਫਰੋਮ ਦੀ ਯੂਜ਼ ਆਫ ਗੁੱਡਸ। ਵੀ ਜਿਹੜੀਆਂ ਡੈਮੇਜ ਵਾਲੀਆਂ ਚੀਜ਼ਾਂ ਉਹਨਾਂ ਤੋਂ ਆਪਾਂ ਦੂਰ ਰੱਖਣਾ। ਜਿੱਦਾਂ ਫੋਰ ਐਗਜ਼ਾਮਪਲ ਇਲੈਕਟ੍ਰਿਕ ਗੁੱਡਸ ਹੋ ਗਈਆਂ, ਗੈਸ ਸਿਲੰਡਰ, ਅਗਰ ਉਹਨਾਂ ਨੂੰ ਆਪਾਂ ਖਰਾਬ ਦੇ ਦਾਂਗੇ ਚੀਜ਼ਾਂ ਤਾਂ ਉਹਨਾਂ ਲਈ ਤਾਂ ਖਤਰਾ ਬਣ ਸਕਦਾ ਨਾ ਲਾਈਫ ਦੇ ਲਈ। ਤਾਂ ਇਸ ਕਰਕੇ ਕੀ ਹੈ ਇਹ ਚੀਜ਼ਾਂ ਉਹਨਾਂ ਨੂੰ ਧਿਆਨ ਨਾਲ ਦੇਣੀਆਂ ਪੈਣੀਆਂ ਵਾ। ਐਂਡ ਕੀ ਹੈ ਪੋਜ਼ ਸੀਰੀਅਸ ਡੈਮੇਜ ਟੂ ਲਾਈਫ ਐਂਡ ਪ੍ਰੋਪਰਟੀ ਆਫ ਦ ਕੰਜ਼ਿਊਮਰ। ਵੀ ਉਹਦੀ ਪ੍ਰੋਪਰਟੀ ਨੂੰ ਕਾਫੀ ਸਾਰਾ ਨੁਕਸਾਨ ਹੋ ਸਕਦਾ। ਤਾਂ ਕੀ ਹੈ ਦੇਅਰ ਸ਼ੁੱਡ ਬੀ ਅਸ਼ੋਰੈਂਸ ਆਫ ਸੇਫਟੀ। ਫਿਰ ਆਪਾਂ ਨੂੰ ਉਹਨਾਂ ਦੀ ਸੇਫਟੀ ਦੇ ਲਈ ਯਕੀਨੀ ਹੋਣੀ ਪੈਣੀ ਪ੍ਰੋਪਰ ਤਰੀਕੇ ਨਾਲ। ਸਿਕਿਉਰਿਟੀ ਟੂ ਦੀ ਕੰਜ਼ਿਊਮਰ ਫਰੋਮ ਦੀ ਮੈਨੂਫੈਕਚਰਰ ਆਫ ਸੱਚ ਗੁੱਡਸ। ਵੀ ਗੁੱਡਸ ਐਵੇਂ ਦੀਆਂ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਵਾ ਜਿਹੜੀਆਂ ਕਿ ਸਹੀ ਹੋਣ, ਠੀਕ ਹੈ। ਇਨ ਕੇਸ ਕੀ ਹੈ ਉਹਨਾਂ ਦਾ ਰਾਈਟ ਕੀ ਹੈ, ਜਿੱਦਾਂ ਇਲੈਕਟ੍ਰਿਕ ਗੁੱਡਸ ਹੈ ਜਾਂ ਕੋਈ ਹੋਰ ਹੈ, ਇਨ ਕੇਸ ਉਹ ਡਿਫੈਕਟਿਵ ਹੈ ਖਰਾਬ ਹੈ ਤਾਂ ਉਹ ਰਿਟਰਨ ਕਰ ਦੇਣ ਮਕੈਨੀਕਲ ਜੋ ਵੀ ਚੀਜ਼ਾਂ ਵਾ ਮੈਨੂਫੈਕਚਰਰ ਨੂੰ। ਮੈਨੂਫੈਕਚਰ ਕੌਣ ਹੁੰਦਾ ਜੋ ਚੀਜ਼ਾਂ ਆਪਣੀਆਂ ਬਣਾਉਂਦਾ, ਠੀਕ ਹੈ, ਪ੍ਰੋਡਿਊਸਰ ਨੂੰ। ਚੂਜ਼ ਕਰਨ ਦਾ ਵੀ ਰਾਈਟ ਸੀਗਾ ਉਹਨੂੰ, ਸੇਫਟੀ ਦਾ ਰਾਈਟ ਹੈ। ਨੈਕਸਟ ਹੈ ਰਾਈਟ ਟੂ ਇਨਫੋਰਮੇਸ਼ਨ। ਇਨਫੋਰਮੇਸ਼ਨ ਉਹਨੂੰ ਪੂਰੀ ਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਪ੍ਰੋਡਕਟ ਬਾਰੇ, ਕੁਆਲਿਟੀ ਬਾਰੇ। ਕਿ ਕੰਜ਼ਿਊਮਰ ਹੈਜ਼ ਟੂ ਰਾਈਟ ਟੂ ਨੋ ਅਬਾਊਟ ਪ੍ਰਾਈਸ, ਕੁਆਲਿਟੀ, ਨੇਮ ਆਫ ਮੈਨੂਫੈਕਚਰਰ, ਠੀਕ ਹੈ, ਕਿਹਨੇ ਬਣਾਈ ਹੈ, ਉਹ ਸਾਰੀਆਂ ਚੀਜ਼ਾਂ ਇੰਸਟਰਕਸ਼ਨ ਰਿਗਾਰਡਿੰਗ ਉਹਨੂੰ ਕਿਵੇਂ ਯੂਜ਼ ਕਰਨਾ ਵਾ, ਕਦੋਂ ਬਣੀ ਹੈ, ਕਦੋਂ ਉਹਦੀ ਐਕਸਪਾਇਰੀ ਡੇਟ ਹੈ, ਇਹ ਸਾਰੀਆਂ ਚੀਜ਼ਾਂ ਉਹਨੂੰ ਪਤਾ ਹੋਣੀਆਂ ਚਾਹੀਦੀਆਂ। ਐਂਡ ਸੋ ਔਨ ਸੱਚ ਅ ਇਨਫੋਰਮੇਸ਼ਨ ਸ਼ੁੱਡ ਬੀ ਗਿਵਨ ਔਨ ਅ ਪ੍ਰੋਡਕਟ। ਮੇਨ ਕੀ ਜਿਹੜੀ ਇਨਫੋਰਮੇਸ਼ਨ ਹੈ ਪੂਰੀ ਦੀ ਪੂਰੀ ਇੱਕ ਪ੍ਰੋਡਕਟ ਦੇ ਉੱਪਰ ਲਿਖੀ ਹੋਣੀ ਚਾਹੀਦੀ ਹੈ। ਸੱਚ ਇਨਫੋਰਮੇਸ਼ਨ ਸ਼ੁੱਡ ਬੀ ਕਰੈਕਟ ਸੋ ਕੰਜ਼ਿਊਮਰ ਕੈਨ ਡਿਪੈਂਡ ਅਪੋਨ ਇਟ। ਵੀ ਉਹ ਇਨਫੋਰਮੇਸ਼ਨ ਆਪਾਂ ਹੋਰ ਕਿਹੜੀ ਕਹਿ ਸਕਦੇ ਹਾਂ, ਕੰਜ਼ਿਊਮਰ ਦੇ ਉੱਪਰ ਡਿਪੈਂਡ ਕਰਦੀ ਹੈ ਕਿਸ ਤਰੀਕੇ ਦੀ ਇਨਫੋਰਮੇਸ਼ਨ ਚਾਹੀਦੀ ਹੈ। ਨੈਕਸਟ ਹੈ ਰਾਈਟ ਟੂ ਰਿਡਰੈਸਲ। ਰਿਡਰੈਸਲ ਹੁੰਦਾ ਆਪਾਂ ਸੋਲਵ ਕਰਨੀ, ਰਿਡਰੈਸਲ ਆਪਣੇ ਕੋਲ ਹੁੰਦਾ ਸੋਲਵ ਕਰਨਾ। ਰਾਈਟ ਰਿਡਰੈਸਲ ਕੀ ਹੈ ਰਾਈਟ ਟੂ ਫੇਅਰ ਸੈਟਲਮੈਂਟ ਆਫ ਜਸਟ ਕਲੇਮਸ ਆਫ, ਠੀਕ ਹੈ। ਆਪਾਂ ਸਹੀ ਜਿੱਦਾਂ ਕੀ ਹੈ ਫੋਰ ਐਗਜ਼ਾਮਪਲ ਆ ਕੰਜ਼ਿਊਮਰ ਹੈਜ਼ ਅ ਰਾਈਟ ਟੂ ਰਿਸੀਵ ਅ ਫੇਅਰ ਅਮਾਊਂਟ ਆਫ compensation or repair for any manufacturing fault or misrepresentation made by manufacturer। ਕੰਜ਼ਿਊਮਰ ਦਾ ਪੂਰਾ ਰਾਈਟ ਹੈ ਕਿ ਉਹ ਸਹੀ ਅਮਾਊਂਟ ਦੇ ਉੱਪਰ ਚੀਜ਼ ਨੂੰ ਚੁਣੇ, ਠੀਕ ਹੈ, ਸਹੀ ਤਰੀਕੇ ਨਾਲ। ਇਹ ਨਹੀਂ ਹੋਵੇ ਕਿ ਮਤਲਬ ਸਹੀ ਤਰੀਕੇ ਨਾਲ ਚੁਣੇ ਨਾ, ਉਹਦਾ ਸਹੀ ਹੋਣਾ ਚਾਹੀਦਾ ਵਾ। ਅਗਰ ਉਹਨੂੰ ਲੱਗਦਾ ਹੈ ਕਿ ਉਹ ਖਰਾਬ ਹੈ ਉਹਨੂੰ ਰਿਪਲੇਸ ਕਰ ਦੇ ਜਾਂ ਫਿਰ ਉਹਨੂੰ ਰਿਪੇਅਰ ਕਰਵਾ ਲੇ, ਠੀਕ ਹੈ। ਰਾਈਟ ਆਫ ਰਿਡਰੈਸਲ ਆਫ ਕੀ ਹੈ ਗ੍ਰੀਵੀਅੰਸ। ਗ੍ਰੀਵੀਅੰਸ ਹੁੰਦਾ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਆਪਾਂ ਸੋਲਵ ਕਰਨਾ। ਹੈਜ਼ ਬੀਨ ਟੂ ਕੰਜ਼ਿਊਮਰ ਟੂ ਚੈੱਕ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਆਫ ਬਿਜ਼ਨਸਮੈਨ। ਬਿਜ਼ਨਸਮੈਨ ਦੇ ਵਿੱਚ ਜਿਹੜੀਆਂ ਗਲਤ ਤਰੀਕੇ ਦੀਆਂ ਹੋ ਰਹੀਆਂ ਕੋਈ ਟ੍ਰੇਡ ਪ੍ਰੈਕਟਿਸਿਸ ਉਹਨਾਂ ਤੋਂ ਆਪਾਂ ਉਹਨਾਂ ਨੂੰ ਬਚਾਉਣਾ। ਰਾਈਟ ਟੂ ਐਜੂਕੇਸ਼ਨ। ਐਜੂਕੇਸ਼ਨ ਪ੍ਰੋਵਾਈਡ ਕਰਨੀ ਉਹਨਾਂ ਨੂੰ ਕੰਜ਼ਿਊਮਰ ਨੂੰ। only protect themselves against unfair trade practices of business, they are aware of legal right under the consumer protection। ਅਗਰ ਉਹ ਲੀਗਲ ਰਾਈਟ ਦੇ ਅੰਡਰ ਹੈ ਜਿੱਦਾਂ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਆਪਣਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਕਿਹੜਾ 1986। they have to right know about legal provision enacted for their protection under। ਵੀ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਉਹਨਾਂ ਦੇ ਅੰਡਰ ਕਿਹੜੀ ਪ੍ਰੋਵੀਜ਼ਨ ਬਣਾਈ ਗਈ ਹੈ, ਕਿਸ ਤਰੀਕੇ ਨਾਲ ਉਹਨਾਂ ਨੇ ਉਹਨੂੰ ਸੋਲਵ ਕਰਨਾ ਵਾ। ਇਹ ਸਾਰੀਆਂ ਚੀਜ਼ਾਂ ਉਹਨੂੰ ਐਜੂਕੇਸ਼ਨ ਦੇ ਥਰੂ ਪਤਾ ਹੋਣੀਆਂ ਚਾਹੀਦੀਆਂ। ਨੈਕਸਟ ਹੈ ਰਾਈਟ ਟੂ ਬੀ ਹੀਅਰਡ। ਕੰਜ਼ਿਊਮਰ ਦਾ ਵੀ ਮਤਲਬ ਪੂਰਾ ਦਾ ਪੂਰਾ ਹੀ ਰਾਈਟ ਹੋਣਾ ਚਾਹੀਦਾ ਕਿ ਉਹਨਾਂ ਦੀ ਗੱਲ ਸੁਣੀ ਜਾਵੇ ਪ੍ਰੋਪਰ ਤਰੀਕੇ ਨਾਲ, ਉਹਨਾਂ ਦੇ ਐਕਸਪੀਰੀਅੰਸ ਜਾਂ ਉਹਨਾਂ ਦਾ ਸਜੈਸ਼ਨ ਲਿਆ ਜਾਵੇ। ਕੀ ਹੈ
Right to be heard imply the consumer should the given an opportunity to express their views, suggestion ਕਾਦੇ regarding views, price, quality and other feature of product। ਬਾਕੀ ਸਾਰੀ ਚੀਜ਼ਾਂ ਉਹਨਾਂ ਨੂੰ ਪਤਾ, ਜਿੱਦਾਂ ਕਹਿੰਦੇ ਕਿ the grievance and claim of consumer must be heard and considered by the business firm। ਮਤਲਬ ਆਪਾਂ ਕਿਹਦੇ ਦੁਆਰਾ ਇਹ ਸੋਲਵ ਕਰ ਸਕਦੇ, ਕਲੇਮਸ ਵਗੈਰਾ ਹੈਗੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ। ਮੈਨੀ reputed firms have established consumer services cell to hear the complaint of consumer and take necessary step to redress their grievance। ਆਪਾਂ ਨੂੰ ਕਾਫੀ ਸਾਰੇ ਸਟੈਪ ਲੈਣੇ ਚਾਹੀਦੇ ਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੋਲਵ ਕਰਨ ਦੇ ਲਈ। ਠੀਕ ਹੈ, 6 ਸਟੈਪ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਨੂੰ ਚੂਜ਼ ਕਰਨਾ ਪਤਾ ਹੋਵੇ, ਸੇਫਟੀ ਬਾਰੇ ਪਤਾ ਹੋਵੇ, ਇਨਫੋਰਮੇਸ਼ਨ, ਐਜੂਕੇਸ਼ਨ ਐਂਡ ਰਿਡਰੈਸਲ ਐਂਡ ਹੀਅਰ। ਨੈਕਸਟ ਉਹਦੀਆਂ ਕੀ ਰਿਸਪੋਂਸੀਬਿਲਿਟੀ। ਹੁਣ ਕੰਜ਼ਿਊਮਰ ਦੇ ਆਪਾਂ ਰਾਈਟ ਤਾਂ ਦੇਖ ਲਏ, ਠੀਕ ਹੈ ਵੀ ਕੰਜ਼ਿਊਮਰ ਦੇ ਕਿਹੜੇ ਅਧਿਕਾਰ ਹੈ। ਹੁਣ ਉਹਦੀਆਂ ਕੀ ਜ਼ਿੰਮੇਵਾਰੀਆਂ, ਕੰਜ਼ਿਊਮਰ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਵਾ ਇੱਕ ਦੁਕਾਨਦਾਰ ਦੇ ਪ੍ਰਤੀ ਜਾਂ ਕੋਈ ਚੀਜ਼ ਨੂੰ ਲੈ ਕੇ। ਫਸਟ, ਨੋਟ ਟੂ ਫਾਈਲ ਫਾਲਸ ਐਂਡ ਫ੍ਰੀਵੀਲੀਅਸ ਕੰਪਲੇਨ। ਫ੍ਰੀਵੀਲੀਅਸ ਹੁੰਦਾ ਕਿ ਗਲਤ ਤਰੀਕੇ ਦੀ ਜਾਂ ਬਿਨਾਂ ਗੱਲ ਤੋਂ ਆਪਾਂ ਨੂੰ ਲੱਗ ਰਿਹਾ ਕਿ ਉਹ ਐਵੇਂ ਦੀ ਕੰਪਲੇਨ ਨਾ ਕਰੇ ਫਾਈਲ। ਜਦੋਂ ਕਹਿੰਦੇ ਕਿ ਕੰਜ਼ਿਊਮਰ ਸ਼ੁੱਡ ਨਾਟ ਫਾਈਲ ਫਾਲਸ ਫ੍ਰੀਵੀਲੀਅਸ ਕੰਪਲੇਂਟਸ ਅਗੇਂਸਟ ਅ ਸੈਲਰ। ਵੀ ਕੰਜ਼ਿਊਮਰ ਕੋਲ ਅਗਰ ਇਹ ਨਹੀਂ ਆਪਾਂ ਮੰਨਦੇ ਕਿ ਉਹਦੇ ਕੋਲ ਰਾਈਟ ਹੈ ਤਾਂ ਉਹ ਜੋ ਮਰਜ਼ੀ ਕਰੇ, ਕੰਜ਼ਿਊਮਰ ਗਲਤ ਨਹੀਂ ਕਰ ਸਕਦਾ ਗਾ। ਠੀਕ ਹੈ, ਜੇ ਅਗਰ ਉਹਨੂੰ ਲੱਗ ਰਿਹਾ ਕਿ ਸੈਲਰ ਵਾਕਈ ਕੋਈ ਗਲਤ ਕਰ ਰਿਹਾ ਫਿਰ ਕਲੇਮ ਕਰੂਗਾ, ਅਦਰਵਾਈਜ਼ ਨਹੀਂ। ਠੀਕ ਹੈ, ਇਫ ਆ ਕਲੇਮ ਕੰਪਲੇਂਟ ਇਜ਼ ਫਾਊਂਡ ਟੂ ਬੀ ਫ੍ਰੀਸ਼ੀਅਸ ਔਰ ਵੈਕਸੇਸ਼ਨ, ਅਗਰ ਆਪਾਂ ਨੂੰ ਲੱਗੀ ਕਿ ਉਹ ਬਿਲਕੁਲ ਗਲਤ ਸੀਗੀ, ਬਈ ਜੋ ਕਹਿ ਰਿਹਾ ਉਹ ਠੀਕ ਨਹੀਂ ਗੀ, ਤਾਂ ਉਹਨੂੰ ਡਿਸਮਿਸ ਕਰ ਦਿੱਤਾ ਜਾਊਗਾ ਅਤੇ ਉਹਨੂੰ ਕੀ ਹੈ ਮੇ ਬੀ ਆਸ ਟੂ ਪੇ ਅ ਕੋਸਟ ਟੂ ਸੈਲਰ ਨਾਟ ਐਕਸੀਡਿੰਗ 10,000 ਰੁਪੀਜ਼। ਤਾਂ 10,000 ਤੱਕ ਉਹਨੂੰ ਪੇ ਵੀ ਕਰਨੀ ਪੈਣੀ ਅਗਰ ਉਹ ਇਨ ਕੇਸ ਗਲਤ ਇਨਫੋਰਮੇਸ਼ਨ ਸੈਲਰ ਦੇ ਪ੍ਰਤੀ ਦਿੰਦਾ ਵਾ ਗੇਮ ਸੈਲਰ ਦੀ। ਟੂ ਗੈਟ ਬਿੱਲ ਫੋਰ ਗੁੱਡਸ ਪਰਚੇਜ਼। ਹੁਣ ਕੰਜ਼ਿਊਮਰ ਜਿਹੜਾ ਹੁੰਦਾ ਵਾ ਉਹਦੀ ਕੀ ਰਿਸਪੋਂਸੀਬਿਲਿਟੀ ਬਣਦੀ ਹੈ, ਜੋ ਉਹਨੇ ਚੀਜ਼ਾਂ ਖਰੀਦੀਆਂ ਉਹਦਾ ਇੱਕ ਬਿੱਲ ਵੀ ਲਵੇ। ਕੰਜ਼ਿਊਮਰ ਕੀ ਹੈ ਮਸਟ ਗੈਟ ਬਿੱਲ ਫੋਰ ਦੀ ਗੁੱਡਸ ਪਰਚੇਜ਼, ਜੋ ਉਹਨੇ ਪਰਚੇਜ਼ ਕੀਤੀਆਂ ਵਾ। ਠੀਕ ਹੈ, ਅਗਰ ਉਹ ਨਹੀਂ ਲਊਗਾ ਫਿਰ ਉਹਨੂੰ ਕਿਸੇ ਤਰੀਕੇ ਦਾ ਕੋਈ ਪ੍ਰੋਟੈਕਸ਼ਨ ਐਕਟ ਨਹੀਂ ਪ੍ਰੋਵਾਈਡ ਕੀਤਾ ਜਾਊਗਾ। ਠੀਕ ਹੈ, ਉਹਨੂੰ ਕੋਈ ਰਿਲੀਫ ਨਹੀਂ ਦਿੱਤੀ ਜਾਊਗੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਡਰ, ਬਿਕੋਜ਼ ਉਹਨੇ ਬਿੱਲ ਪਰਚੇਜ਼ ਆਪਣਾ ਨਹੀਂ ਕੀਤਾ। ਨੈਕਸਟ ਹੈ ਟੂ ਪੇ ਟੈਕਸ। ਹੁਣ ਜੋ ਵੀ ਟੈਕਸ ਬਣਦੇ ਹੈ, ਠੀਕ ਹੈ, ਗਵਰਨਮੈਂਟ ਨੂੰ ਆਪਾਂ ਪੇ ਕਰਨੇ ਹੁੰਦੇ ਉਹ ਟਾਈਮ ਟੂ ਟਾਈਮ ਉਹਨੂੰ ਪੇ ਕਰਨੇ ਪੈਣਗੇ ਇਨ ਕੇਸ ਉਹ ਨਹੀਂ ਕਰਦਾ। ਜਦੋਂ ਕਹਿੰਦੇ ਰਿਸਪੋਂਸੀਬਿਲਿਟੀ ਕੰਜ਼ਿਊਮਰ ਦੀ ਕੀ ਬਣਦੀ ਹੈ, ਸੱਚ ਐ ਸੇਲ ਟੈਕਸ, ਦਾ ਟਾਈਮ ਆਫ ਪਰਚੇਜ਼ ਜੋ ਵੀ, ਤਾਂ ਅਗਰ ਉਹ ਨਹੀਂ ਕਰਦਾ ਗਾ ਟਾਈਮ 'ਤੇ ਪੇ ਟੈਕਸ ਤਾਂ ਕੰਜ਼ਿਊਮਰ ਪ੍ਰੋਟੈਕਸ਼ਨ 1986 ਦੇ ਵਿੱਚ ਵੀ ਕੋਈ ਵੀ ਰਿਲੀਫ ਨਹੀਂ ਦਿੱਤੀ ਜਾਊਗੀ। ਨੈਕਸਟ ਹੈ ਟੂ ਕੰਪਲਾਈ ਦਾ ਆਰਡਰਸ। ਕਿੱਦਾਂ ਕੰਜ਼ਿਊਮਰ ਜਿਹੜਾ ਕੰਪਲਾਈ ਦਾ ਆਰਡਰ, ਡਿਸਟ੍ਰਿਕਟ ਫਾਰਮ ਆਪਣੇ ਕੋਲ 3 ਫਾਰਮਸ ਆਉਣਗੀਆਂ, ਆਪਾਂ ਤਿੰਨੋਂ ਕਰਾਂਗੇ 1 by 1, ਡਿਸਟ੍ਰਿਕਟ, ਸਟੇਟ ਐਂਡ ਨੈਸ਼ਨਲ। ਅਦਰਵਾਈਜ਼ ਮੇ ਬੀ ਇੰਪ੍ਰੀਜ਼ਨ ਆਫ ਅ ਟਰਮ ਨਾਟ ਲੈਸ ਦੈਨ 1 month ਬਟ ਮੋਰ ਦੈਨ 3। ਨਹੀਂ ਤਾਂ ਇਨ ਕੇਸ ਉਹਨੂੰ ਕੀ ਹੈ ਕਹਿੰਦੇ ਕੰਪਲਾਈ ਉੱਥੇ ਆਰਡਰ ਉਹਨੂੰ ਕਰਨੇ ਪੈਣਗੇ। ਅਗਰ ਉਹ ਨਹੀਂ ਕਰਦਾ ਇਹਨਾਂ ਤਿੰਨਾਂ ਵਿੱਚ ਤਾਂ ਉਹਨੂੰ ਜਾਂ ਤਾਂ ਜੇਲ੍ਹ ਵਿੱਚ ਕੀਤਾ ਜਾਊਗਾ, ਠੀਕ ਹੈ, ਨਹੀਂ ਤਾਂ ਉਹਨੂੰ ਕਿੰਨੇ ਨਾਟ ਲੈਸ ਦੈਨ 1 month ਜਾਂ ਫਿਰ 3 years ਤੱਕ, ਬਟ ਨਾਟ ਲੈਸ ਦੈਨ ਆਪਾਂ 2000 ਤਾਂ ਜਾਰੀ ਵਧਾ ਸਕਦੇ ਹਾਂ, 2000 ਤੋਂ ਲੈ ਕੇ 10,000 ਤੱਕ ਉਹਨੂੰ ਪੇ ਕਰਨਾ ਪੈਣਾ। ਨੈਕਸਟ ਟੂ ਫੋਲੋ ਦਾ ਪ੍ਰੋਸੀਜਰ ਲੇ ਡਾਊਨ ਇਨ ਦਾ ਕੰਜ਼ਿਊਮਰ ਪ੍ਰੋਟੈਕਸ਼ਨ। ਜਿਹੜੇ ਵੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਲੇ ਡਾਊਨ ਕੀਤੇ ਜਾਂਦੇ ਆ ਉਹ ਸਾਰੇ ਉਹਦੇ ਅਕੋਰਡਿੰਗ ਹੀ ਉਹਨੂੰ ਫੋਲੋ ਕਰਨਾ ਪਊਗਾ। ਇਨ ਕੇਸ ਉਹ ਨਹੀਂ ਫੋਲੋ ਕਰਦਾ ਤਾਂ 1986 ਦੇ ਵਿੱਚ ਉਹਨੂੰ ਕੋਈ ਰਿਲੀਫ ਨਹੀਂ ਦਿੱਤੀ ਜਾਊਗੀ ਕੰਜ਼ਿਊਮਰ ਪ੍ਰੋਟੈਕਸ਼ਨ ਨੂੰ ਲੈ ਕੇ। ਠੀਕ ਹੈ, ਇਹ ਸੀਗੇ ਰਿਸਪੋਂਸੀਬਿਲਿਟੀਜ਼ ਕੀ ਕੰਜ਼ਿਊਮਰ ਦੇ ਪ੍ਰਤੀ ਬਣਦੀਆਂ ਅਤੇ ਕੀ ਰਾਈਟ ਹੈ ਕੰਜ਼ਿਊਮਰ ਦੇ ਲਈ।